ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦਿ ਸਚ ਜੁਗਾਦਿ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ। ਫਿਰਤ ਫਿਰਤ ਭੇਟੇ ਜਨ ਸਾਧੂ ਪੂਰੈ ਗੁਰ ਸਮਝਾਇਆ। ਆਨ ਸਗਲ ਬਿਧ ਕਾਮ ਨ ਆਵੈ ਹਰ ਹਰ ਨਾਮ ਧਿਆਇਆ। ਤਾਂ ਤੇ ਮੋਹਿ ਧਾਰੀ ਓਟ ਗੋਪਾਲ ਸਰਨ ਪਰਿਓ ਪੂਰਨ ਪਰਮੇਸ਼ਰ ਬਿਨਸੇ ਸਗਲ ਜੰਜਾਲ। ਸੁਰਗ ਮਿਰਤ ਪਿਆਲ ਭੂ ਮੰਡਲ ਸਗਲ ਵਿਆਪੇ ਮਾਏ। ਜੀ ਉਦਾਹਰਨ ਸਭ ਕੁਲ ਤਾਰਨ ਹਰ ਹਰ ਨਾਮ ਧਿਆਏ। ਨਾਨਕ ਨਾਮ ਨਿਰੰਜਨ ਗਾਈਐ ਪਾਈਐ ਸਰਬ ਨਿਧਾਨਾ। ਕਰ ਕਿਰਪਾ ਜਿਸ ਦੇ ਸੁਆਮੀ ਬਿਰਲੇ ਕਾਹੂ ਜਾਨਾ। ਵਾਹਿਗੁਰੂ ਜੀ ਮਾਇਆ ਮੋਹ ਸਭ ਬਰਲ ਹੈ ਦੂਜੇ ਭਾਏ ਖੁਆਈ ਰਾਮ। ਮਾਤਾ ਪਿਤਾ ਸਭ ਹੇਤ ਹੈ ਹੇਤੇ ਪਲਜਾਈ ਰਾਮ। ਮਾਇਆ ਮੋਹ ਸਭ ਬਰਲ ਹੈ ਦੂਜੇ ਭਾਏ ਖੁਆਈ ਰਾਮ। ਮਾਤਾ ਪਿਤਾ ਸਭ ਹੇਤ ਹੈ ਹੇਤੇ ਪਲਜਾਈ ਰਾਮ। ਹੇਤੇ ਪਲਜਾਈ ਪੁਰਬ ਕਮਾਈ ਮੇਟ ਨ ਸਕੈ ਕੋਈ। ਜਿਨ ਸ੍ਰਿਸ਼ਟ ਸਾਜੀ ਸੋ ਕਰ ਵੇਖੈ ਤਿਸ ਜੀਵੜ ਅਵਰ ਨਾ ਕੋਈ। ਮਨ ਮੁਖ ਅੰਧਾ ਤਪ ਤਪ ਖਪੈ ਬਿਨ ਸ਼ਬਦੈ ਸਾਤ ਨ ਆਈ। ਨਾਨਕ ਬਿਨ ਨਾਮੈ ਸਭ ਕੋਈ ਭੁੱਲਾ ਮਾਇਆ ਮੋਹਿ ਖੁਆਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਕੀ ਸਾਜੀ ਨਵਾਜੀ ਗੁਰੂ ਰੂਪ ਸਾਧ ਸੰਗਤ ਜੀ, ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ 'ਚ ਅੰਮ੍ਰਿਤ ਵੇਲੇ ਦਾ ਦੀਵਾਨ ਸਜਿਆ ਹੈ। ਅੰਮ੍ਰਿਤਮਈ ਗੁਰਬਾਣੀ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਗੁਰੂ ਕੀ ਸੰਗਤ ਨੇ ਸਰਵਣ ਕੀਤੇ ਹਨ। ਧੰਨ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਤੀਸਰੇ ਪਾਤਸ਼ਾਹ ਜੀ ਰਾਗ ਵਡਹੰਸ ਵਿੱਚ ਪਾਵਨ ਪਵਿੱਤਰ ਸ਼ੰਤ ਉਚਾਰਨ ਕਰ ਰਹੇ ਨੇ। ਇਹ ਸੰਸਾਰ ਦੀ ਜੀਵ ਦੀ ਦਸ਼ਾ ਬਿਆਨ ਕਰ ਰਹੇ ਨੇ। ਕਿਵੇਂ ਸੰਸਾਰ ਵਿੱਚ ਜੀਵ ਬਾਰ ਬਾਰ ਕੇ ਜੰਮਦੇ ਮਰਦੇ ਆਉਂਦੇ ਜਾਂਦੇ ਭਟਕਦੇ ਹਨ। ਜੰਮ ਜੰਮ ਮਰੈ ਮਰੈ ਫਿਰ ਜੰਮੈ। ਇੱਕ ਵਾਰੀ ਨਹੀਂ ਲੱਖਾਂ ਵਾਰੀ ਗੇੜੇ ਕੱਟ 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 ਕੇ ਇਹ ਗੇੜਾ ਮੁੱਕਦਾ ਹੀ ਨਹੀਂ। ਅਤੇ ਉਹਦੇ ਵਿੱਚ ਸਭ ਤੋਂ ਵੱਡਾ ਜਿਹੜਾ ਰੋਲ ਹੈ ਉਹ ਮੋਹ ਦਾ ਹੈ। ਮੋਹ ਕਰਕੇ ਭਾਵੇਂ ਉਹ ਮੋਹ ਪਰਿਵਾਰ ਦਾ ਹੈ ਭਾਵੇਂ ਉਹ ਸੱਜਣਾ ਮਿੱਤਰਾਂ ਦਾ ਹੈ ਮਾਤਾ ਪਿਤਾ ਭੈਣ ਭਰਾ ਧੀਆਂ ਪੁੱਤਰਾਂ ਦਾ ਅਥਵਾ ਆਪਣੀਆਂ ਪਦਵੀਆਂ ਦਾ ਅਹੁਦਿਆਂ ਦਾ। ਜੜ ਭਰਤ ਜੀ ਜਿਹੜੇ ਸਾਧ ਸੰਗਤ ਜੀ ਰਿਸ਼ੀ ਬਣ ਗਏ ਸਨ ਰਾਜ ਭਾਗ ਛੱਡ ਕੇ। ਅਤੇ ਫਿਰ ਇੱਕ ਦਿਨ ਜੰਗਲ ਵਿੱਚ ਸ਼ਿਕਾਰੀ ਤੋਂ ਤੀਰ ਚੱਲਿਆ ਹਿਰਨੀ ਮਰ ਗਈ ਅਤੇ ਪੇਟ 'ਚੋਂ ਬੱਚਾ ਉਸੇ ਵੇਲੇ ਉਹਦਾ ਬੱਚਾ ਹੋਇਆ ਸੀ। ਮਾਂ ਮਰ ਗਈ। ਉਸ ਹਿਰਨ ਦੇ ਬੱਚੇ ਨੂੰ ਉਹ ਹੁਣ ਆਪਣੇ ਆਸ਼ਰਮ ਦੇ ਵਿੱਚ ਪਾਲਣ ਲੱਗ ਪਏ। ਪਹਿਲਾਂ ਰਾਜੇ ਸਨ ਫਿਰ ਕਿਉਂਕਿ ਪੁਰਾਣੇ ਜ਼ਮਾਨੇ 'ਚ ਰਾਜੇ ਤਪੱਸਿਆ ਕਰਨ ਚਲੇ ਜਾਂਦੇ ਸਨ 50 ਸਾਲ ਦੀ ਉਮਰ ਤੋਂ ਬਾਅਦ ਵੀ ਹੁਣ ਆਪਣਾ ਪਰਲੋਕ ਵੀ ਸਵਾਰ ਲਈਏ ਕਿ ਇੱਥੇ ਹੀ ਸਾਰੀ ਉਮਰ ਧੱਕੇ ਖਾਂਦੇ ਰਹਾਂਗੇ। ਪਰਲੋਕ ਸਵਾਰਨ ਵਾਸਤੇ ਭਗਤੀ ਕਰਨ ਚਲੇ ਗਏ ਸਨ। ਆਸ਼ਰਮ 'ਚ ਸਾਧੂ ਤਪੱਸਵੀ ਬਣ ਕੇ ਤਪ ਕਰ ਰਹੇ ਸਨ। ਜਦੋਂ ਹਿਰਨ ਦਾ ਬੱਚਾ ਮਿਲਿਆ ਉਹਨੂੰ ਆਪਣੇ ਆਸ਼ਰਮ 'ਚ ਲਿਆ ਕੇ ਪਾਲਿਆ। ਹਰੀ ਹਰੀ ਘਾਹ ਆਪਣੇ ਹੱਥਾਂ 'ਚ ਖਵਾਇਆ ਕਰਦੇ। ਉਹਨੂੰ ਬਹੁਤ ਮਾਵਾਂ ਪਿਓਾਂ ਵਾਲਾ ਪਿਆਰ ਦੇਣ ਲੱਗ ਪਏ। ਅਤੇ ਕਿਤੇ ਵੀ ਬਾਹਰ ਜਾਣਾ ਅਤੇ ਉਹਦਾ ਖਿਆਲ ਰਹਿਣਾ ਵੀ ਉਹਨੂੰ ਕੋਈ ਨੁਕਸਾਨ ਨਾ ਹੋ ਜੇ ਉਹ ਭੁੱਖਾ ਨਾ ਰਹਿ ਜੇ ਉਹਨੂੰ ਕੋਈ ਸੱਟ ਫੇਟ ਨਾ ਲੱਗ ਜੇ। ਤਾਂ ਐਸੀ ਸੁਰਤ ਬਣੀ ਬਈ ਉਹ ਉਸ ਹਿਰਨ ਦੇ ਨਾਲ ਬਹੁਤ ਡੂੰਘਾ ਬੱਚੇ ਦੇ ਨਾਲ ਪਿਆਰ ਪੈ ਗਿਆ। ਅਤੇ ਕਿਸੇ ਕਾਰਨ ਕਰਕੇ ਜਦੋਂ ਸਮਾਂ ਆਇਆ
ਤੇ ਉਸ ਵੇਲੇ ਧਿਆਨ ਹਿਰਨ ਦੇ ਬੱਚੇ ਵਿੱਚ ਹੀ ਸੀ ਤੇ ਪ੍ਰਾਣ ਨਿਕਲ ਗਏ। ਅਗਲਾ ਜਨਮ ਜਿਹੜਾ ਹੈ ਉਹ ਹਿਰਨ ਦਾ ਮਿਲਿਆ ਸੀਗਾ, ਪਰ ਸੋਝੀ ਰਹੀ ਤੇ ਉਹ ਫਿਰ ਸੋਝੀ ਕਰਕੇ ਅਰਦਾਸ ਬੇਨਤੀ ਪਰਮੇਸ਼ਰ ਨੇ, ਕਾਫੀ ਲੰਮੀ ਕਥਾ ਹੈ ਵੀ ਦੁਬਾਰਾ ਫਿਰ ਉਹਨਾਂ ਦਾ ਜਨਮ ਹੋਇਆ। ਪਰ ਫਿਰ ਉਹਨਾਂ ਨੇ ਕਹਿੰਦੇ ਆ ਵੀ ਸੰਸਾਰ ਵੱਲ ਧਿਆਨ ਨਹੀਂ ਕੀਤਾ, ਨਾ ਕਿਸੇ ਨਾਲ ਬੋਲੇ ਨਾ ਕਿਸੇ ਨੂੰ ਮਿਲੇ। ਫਿਰ ਉਹਨਾਂ ਦਾ ਨਾਮ ਜੜ ਭਰਤ ਪਿਆ ਸੀਗਾ ਵੀ ਜਿਵੇਂ ਇੱਕ ਪੱਥਰ ਹੁੰਦਾ, ਨਾ ਬੋਲਦਾ ਨਾ ਕਿਸੇ ਨਾਲ ਗੱਲਬਾਤ ਕਰਦਾ, ਇਸ ਤਰ੍ਹਾਂ ਆਪਣਾ ਜੀਵਨ ਗੁਜ਼ਾਰ ਕੇ ਭਗਤੀ ਕਰਕੇ ਗਏ। ਸੋ ਉਹ ਤਾਂ ਚਲੋ ਨਿਕਲ ਗਏ, ਪਰ ਆਮ ਆਦਮੀ ਸਾਡੇ ਵਰਗਾ ਨਿਕਲ ਨਹੀਂ ਸਕਦਾ ਉਸ ਜਾਲ ਦੇ ਵਿੱਚੋਂ। ਮੋਹ ਦਾ ਜਾਲ ਐਸਾ ਪ੍ਰਬਲ ਹੈ, ਸਾਨੂੰ ਸੋਝੀ ਨਹੀਂ ਹੁੰਦੀ। ਤੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਅੱਜ ਦੇ ਪਾਵਨ ਸ਼ੰਤ ਵਿੱਚ ਮੋਹ ਦਾ ਜ਼ਿਕਰ ਕੀਤਾ ਹੈ। ਆਓ ਸਰਵਣ ਕਰੀਏ। ਮਹਾਰਾਜ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਦੇ ਚਰਨਾਂ 'ਚ ਧਿਆਨ ਧਰ ਕੇ ਆਖੀਏ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਮਾਇਆ ਮੋਹ ਸਭ ਬਰਲ ਹੈ, ਦੂਜੈ ਭਾਏ ਖੁਆਈ ਰਾਮ। ਮਾਇਆ ਦਾ ਜਿੰਨਾ ਵੀ ਮੋਹ ਹੈ ਇਹ ਇੱਕ ਬਰਲ ਹੈ। ਬਰਲ ਦਾ ਜਿਵੇਂ ਕੋਈ ਹਲਕਿਆ ਹੁੰਦਾ ਨਾ, ਤੇ ਕੋਈ ਬੰਦਾ ਬਹੁਤਾ ਹੀ ਹੋਛਾ ਜਿਹਾ ਹੋਵੇ, ਖਾਣੇ ਦੇ ਵੱਲ ਦੌੜ ਕੇ ਜਾਵੇ ਤੇ ਉਹਨੂੰ ਕਹਿ ਦਿੰਦੇ ਇਹਨੂੰ ਬਰਲ ਪਿਆ ਹੋਇਆ, ਇਹਨੂੰ ਹਲਕ ਪਿਆ ਹੋਇਆ। ਤੋ ਇਹ ਜਿੰਨਾ ਵੀ ਮਾਇਆ ਦਾ ਮੋਹ ਹੈ ਨਾ, ਇੱਕ ਤਰ੍ਹਾਂ ਦਾ ਮਾਨਸਿਕ ਬਰਲ ਹੈ। ਚਲੋ ਰੋਟੀ ਦੀ ਭੁੱਖ ਤਾਂ ਬੰਦੇ ਨੂੰ ਲੱਗਦੀ ਹੈ, ਉਹ ਤਾਂ ਦੋ ਪ੍ਰਸ਼ਾਦੇ ਰੁੱਖੇ ਮਿੱਸੇ ਖਾਣੇ ਹੀ ਹੈ, ਪਰ ਜਿਹੜੀ ਚੀਜ਼ ਦੀ ਲੋੜ ਨਹੀਂ, ਜਿਸ ਤੋਂ ਬਿਨਾਂ ਸਰ ਵੀ ਸਕਦਾ ਹੈ, ਉਹਦੇ ਵਾਸਤੇ ਵੀ ਬੰਦਾ ਬਰਲਿਆ ਫਿਰਦਾ ਹੈ, ਭੱਜਿਆ ਫਿਰਦਾ ਹੈ। ਮਾਇਆ ਦਾ ਮੋਹ, ਮਾਇਆ ਨਾਮ ਹੈ ਦਿਸਦੇ ਹੋਏ ਪਦਾਰਥਾਂ ਨੂੰ। ਜੋ ਵੀ ਇਹ ਸੰਸਾਰ ਅੱਖਾਂ ਨਾਲ ਦਿਸ ਰਿਹਾ ਹੈ ਉਹ ਮਾਇਆ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਮਾਇਆ ਦੀ ਬਹੁਤ ਵਧੀਆ ਡੈਫੀਨੇਸ਼ਨ, ਪਰਿਭਾਸ਼ਾ ਕੀਤੀ ਹੈ। ਜੋ ਕਛ ਦ੍ਰਿਸ਼ਟ ਅਗੋਚਰ ਆਵਤ, ਤਾਂ ਕੋ ਮਨ ਮਾਇਆ ਠਹਿਰਾਵਤ। ਜੋ ਕੁਝ ਵੀ ਦਿਸਦਾ ਹੈ ਇਹ ਸਭ ਮਨ ਦੀ ਮਾਇਆ ਹੈ, ਕਲਪਨਾ ਹੈ ਵੀ ਆਹ ਚੀਜ਼ ਆ, ਆਹ ਚੀਜ਼ ਹੈ, ਆਹ ਚੀਜ਼ ਹੈ। ਵਾਸਤਵ ਵਿੱਚ ਬਾਹਰ ਕੁਛ ਨਹੀਂ ਹੈ। ਸਾਰੀਆਂ ਚੀਜ਼ਾਂ ਦਾ, ਸਾਰੇ ਪਦਾਰਥਾਂ ਦਾ ਮੂਲ ਸਰੋਤ ਸਾਡਾ ਮਨ ਹੀ ਹੈ। ਮਨ ਨੇ ਹੀ ਇਹ ਸੰਸਾਰ ਦੀ ਕਲਪਨਾ ਕੀਤੀ ਹੋਈ ਹੈ, ਮਨ ਨੇ ਇਹ ਸੰਸਾਰ ਬਣਾਇਆ ਹੋਇਆ ਹੈ। ਅਤੇ ਜਿਹੜਾ ਮਾਇਆ ਦਾ ਦੂਜਾ ਲੱਛਣ ਇਹ ਵੀ ਹੈ ਵੀ ਜਿਹੜੀ ਚੀਜ਼ ਹੋਵੇ ਨਾ ਔਰ ਦਿਸਦੀ ਹੋਵੇ, ਹੈ ਨਹੀਂ ਪਰ ਦਿਸਦੀ ਹੈ, ਉਹਨੂੰ ਮਾਇਆ ਕਹਿੰਦੇ। ਜਿਵੇਂ ਜਾਦੂਗਰ ਦੀ ਮਾਇਆ, ਉਹ ਜਾਦੂ ਕਰਕੇ ਦਿਖਾਉਂਦਾ ਹੈ, ਕਈ ਪ੍ਰਕਾਰ ਦੇ ਤਮਾਸ਼ੇ, ਨਾਟਕ ਚੇਟਕ ਕਰਦਾ ਹੈ। ਦੇਖਣ ਵਾਲੇ ਉਹਦੇ ਉੱਤੇ ਪੂਰਾ ਵਿਸ਼ਵਾਸ ਕਰ ਲੈਂਦੇ ਆ ਵੀ ਆਹ ਕਰਤਾ, ਹੁਣ ਆਹ ਕਰਤਾ, ਮੈਜਿਕ ਕਰ ਰਿਹਾ, ਜਾਦੂ ਕਰ ਰਿਹਾ। ਆਪਾਂ ਦੇਖਿਆ ਪਿੰਡਾਂ ਵਿੱਚ, ਸ਼ਹਿਰਾਂ ਵਿੱਚ, ਇੰਡੀਆ 'ਚ ਆਮ ਗਰੀਬ ਜੇ ਸਾਦੇ ਜਿਹੇ ਜਾਦੂਗਰ ਫਿਰਦੇ ਹੁੰਦੇ ਆ, ਉਹ ਵੀ ਬੜੇ ਬੜੇ ਕ੍ਰਿਸ਼ਮੇ ਕਰਕੇ ਦਿਖਾਉਂਦੇ ਆ ਵੀ ਇੱਕ ਮੁੰਡੇ ਨੂੰ ਲੰਮਾ ਪਾ ਦਿੰਦੇ, ਉੱਤੇ ਉਹਦੇ ਚਾਦਰ ਪਾ ਦਿੰਦੇ ਆ ਅਤੇ ਕਹਿੰਦੇ ਵੀ ਲਓ ਮੈਂ ਹੁਣ ਆਪਣੇ ਜਮੂਰੇ ਦਾ ਸਿਰ ਵੱਢਾਂਗਾ। ਅਤੇ ਉਹ ਜਮੂਰੇ ਦਾ ਸਿਰ ਜਿਹੜਾ ਹੈ ਉਹ ਵੱਖਰਾ ਦੂਰ ਕਰਕੇ ਚਾਦਰ ਦੇ ਥੱਲੇ, ਕਈ ਵਾਰੀ ਤਾਂ ਇੱਕ ਦੋ ਵਾਰੀ ਤਾਂ ਅਸੀਂ ਇੱਦਾਂ ਵੀ ਦੇਖਿਆ ਵੀ ਇੱਥੋਂ ਛੁਰੀ ਕੱਢੀ ਹੋਈ ਇੱਧਰਲੇ ਪਰਲੇ ਪਾਸੇ, ਅਤੇ ਲਹੂ ਵੀ ਵਗ ਰਿਹਾ, ਅਤੇ ਬੱਚਾ ਬਿਲਕੁਲ ਨੰਗਾ ਰੱਖ ਕੇ ਉਹਨਾਂ ਨੇ ਉਹਦੇ ਉੱਤੇ ਇੱਕ ਚਾਦਰ ਵੀ ਚੁੱਕ ਦਿੱਤੀ। ਅਤੇ ਕਈ ਤਾਂ ਡਰ ਵੀ ਗਏ, ਪਰ ਉਹਨਾਂ ਨੇ ਦੂਜੀ ਗੱਲ ਇਹ ਕਹੀ ਹੁੰਦੀ ਆ ਵੀ ਜਿੰਨਾ ਚਿਰ ਅਸੀਂ ਜਾਦੂ ਦਿਖਾਉਣਾ ਓਨਾ ਚਿਰ ਭਾਈ ਆਪਣੇ ਹੱਥ ਨਹੀਂ ਬੰਨ੍ਹਣੇ, ਮੁੱਠੀ ਬੰਦ ਨਹੀਂ ਕਰਨੀ, ਖੁੱਲ੍ਹੀ ਰੱਖਣੀ ਹੈ। ਅਤੇ ਪੈਰ ਜਿੱਥੇ ਤੁਹਾਡਾ ਉੱਥੋਂ ਅੱਗੇ ਪਿੱਛੇ ਨਹੀਂ ਹੋਣਾ ਚਾਹੀਦਾ। ਉਹਦਾ ਮਤਲਬ ਇਹ ਹੈ ਵੀ ਜੇ ਇਹ ਪੈਰ ਅੱਗੇ ਪਿੱਛੇ ਕਰਦੇ ਆ ਤਾਂ ਜਾ ਵੀ ਸਕਦੇ ਆ, ਇਹ ਜਾਣ ਨਾ ਇੱਥੇ ਬੱਝ ਕੇ ਖੜ੍ਹੇ ਰਹਿਣ, ਮੇਰਾ ਤਮਾਸ਼ਾ ਦੇਖਣ। ਅਤੇ ਉਹ ਬੰਦਾ ਵਿਚਾਰਾ ਡਰਿਆ ਉੱਥੇ ਖੜ੍ਹਾ ਰਹਿੰਦਾ ਵੀ ਜੇ ਕਿਤੇ ਮੈਂ ਚਲਾ ਗਿਆ ਇਹਦਾ ਨੁਕਸਾਨ ਹੋ ਜਾਏਗਾ, ਮੇਰਾ ਨੁਕਸਾਨ ਹੋ ਜਾਏਗਾ। ਫਿਰ ਜਦੋਂ ਜਾਣ ਤੋਂ ਪਹਿਲਾਂ ਉਹਨਾਂ ਤੋਂ, ਪੈਰ ਖੋਲ੍ਹਣ ਤੋਂ ਪਹਿਲਾਂ ਉਹਨਾਂ ਦੇ ਪੈਸੇ ਜੇਬਾਂ 'ਚੋਂ ਕਢਵਾ ਲੈਂਦੇ ਆ।
ਫਿਰ ਉਹ ਅਖੀਰ ਵਿੱਚ ਇਹ ਵੀ ਕਹਿੰਦੇ ਆ, ਸਾਰਿਆਂ ਵੱਲੋਂ ਪੈਸੇ ਆ ਗਏ, ਜੇ ਇੱਕ ਬੰਦੇ ਨੇ ਜੇਬ 'ਚ ਕੁੱਟੇ ਹੋਏ ਆ। ਉਹ ਜਿਹਦੇ ਬੰਦੇ ਦੀ ਜੇਬ 'ਚ ਹੁੰਦੇ ਆ ਉਹ ਵੀ ਕਹਿੰਦਾ ਮੈਂ ਵੀ ਦੇ ਦਿਆਂ, ਹੁਣ ਮੇਰੇ ਵੀ ਰੁਪਈਆ 2 ਰੁਪਈਆ ਦੇਣਾ ਹੀ ਪੈਣਾ। ਸੋ ਇਸ ਤਰ੍ਹਾਂ ਇਹ ਸੰਸਾਰ ਦੇ ਵਿੱਚ ਸਾਰੀ ਖੇਡ ਮਾਇਆ ਦੀ ਚੱਲ ਰਹੀ ਹੈ ਕੁਛ ਨਹੀਂ ਪਰ ਦਿਸਦਾ ਬੜਾ ਕੁਛ ਹੈ। ਮਹਾਰਾਜ ਕਹਿੰਦੇ ਮਾਇਆ ਮੋਹ ਸਭ ਬਰਲ ਹੈ। ਇਸ ਮਾਇਆ ਦਾ ਜੋ ਮੋਹ ਹੈ ਇੱਕ ਤਰ੍ਹਾਂ ਦਾ ਬਰਲ ਹੈ, ਬਹੁਤ ਵੱਡਾ ਬਰਲ ਹੈ, ਪਾਗਲਪਣ ਹੈ। ਦੂਜੇ ਭਾਏ ਖੁਆਈ ਰਾਮ, ਦੂਜੇ ਭਾਵ ਵਿੱਚ ਜੀਵ ਖੁਆਈ ਖੁੰਝ ਰਹੇ ਹਨ, ਪਰੇਸ਼ਾਨ ਹੋ ਰਹੇ ਹਨ, ਦੁਖੀ ਹੋ ਰਹੇ ਹਨ। ਮਾਤਾ ਪਿਤਾ ਸਭ ਹੇਤ ਹੈ, ਹੇਤੇ ਪਲਚਾਈ ਰਾਮ। ਸਭ ਤੋਂ ਪਹਿਲਾਂ ਜਿਹੜਾ ਮੋਹ ਹੁੰਦਾ ਉਹ ਮਾਤਾ ਪਿਤਾ ਨਾਲ ਹੀ ਹੁੰਦਾ ਹੈ। ਉਸ ਤੋਂ ਬਾਅਦ ਫਿਰ ਜਿੰਨੇ ਰਿਸ਼ਤੇਦਾਰ, ਸੱਜਣ ਮਿੱਤਰ, ਦੋਸਤ, ਫਰੈਂਡ, ਪਤਨੀ, ਬੱਚੇ, ਸਹੁਰੇ, ਇਸ ਤਰ੍ਹਾਂ ਫਿਰ ਗਾਂਹ ਦੀ ਗਾਂਹ ਕੁੜਮਾਂ ਸਾਕਾਂ ਨਾਲ ਬਹੁਤ ਦੂਰ ਤੱਕ ਬੰਦੇ ਦੇ ਜਾਲ ਵਿਛਦੇ ਜਾਂਦੇ ਆ, ਫਸਦਾ ਜਾਂਦਾ ਹੈ। ਮਹਾਰਾਜ ਨੇ ਮੁੱਢਲੇ ਸ਼ੁਰੂਆਤੀ ਦੱਸੇ ਹਨ। ਸਭ ਤੋਂ ਪਹਿਲਾਂ ਮਾਤਾ ਪਿਤਾ। ਮਾਤਾ ਪਿਤਾ ਦਾ ਮੋਹ ਵੀ ਮਹਾਰਾਜ ਕਹਿੰਦੇ ਆ ਕਿ ਇੱਕ ਮੋਹ ਹੀ ਹੈ। ਮਾਤਾ ਪਿਤਾ ਸਭ ਹੇਤ ਹੈ, ਹੇਤ ਨਾਮ ਹੈ ਮੋਹ ਦਾ। ਹੇਤੇ ਪਲਚਾਈ ਰਾਮ, ਮੋਹ ਵਿੱਚ ਹੀ ਫਸੇ ਸਾਰੇ। ਕਈ ਵਾਰੀ ਮਾਤਾ ਪਿਤਾ ਵੀ ਬੰਦੇ ਦੇ ਪੈਰਾਂ ਨੂੰ ਸੰਗਲ ਮਾਰ ਦਿੰਦੇ ਆ, ਉਹ ਸੰਗਲ ਤੋੜੇ ਨਹੀਂ ਜਾਂਦੇ। ਕੋਈ ਦੁਨੀਆ 'ਚੋਂ 1-2% ਜਾਂ 1% ਵੀ ਨਹੀਂ ਕਹਿ ਸਕਦੇ, 1-2 ਬੰਦੇ ਹੀ ਹੋਣਗੇ ਜਿਨ੍ਹਾਂ ਨੇ ਤੋੜੇ ਹੋਣ। ਆਖੋ ਸ੍ਰੀ ਵਾਹਿਗੁਰੂ। ਹਰਨਾਕਸ਼ ਨੇ ਆਪਣੇ ਪੁੱਤਰ ਪ੍ਰਹਿਲਾਦ ਨੂੰ ਭਗਤੀ ਕਰਨ ਤੋਂ ਰੋਕਿਆ ਵੀ ਜੇ ਭਗਤੀ ਕਰੇਗਾ ਤੇ ਤੈਨੂੰ ਦੁੱਖ ਦਿੱਤੇ, ਤਸੀਹੇ ਦਿੱਤੇ ਜਾਣਗੇ। ਪ੍ਰਹਿਲਾਦ ਕੋਠੇ ਵਿੱਚ ਰੱਖਿਆ, ਬਾਰ ਦੀਆ ਤਾਲਾ, ਬੂਹੇ ਦੇ ਤਾਲਾ ਮਾਰਤਾ। ਬੱਚੇ ਨੂੰ ਭੁੱਖਾ ਰੱਖਿਆ ਗਿਆ, ਪਿਆਸਾ ਰੱਖਿਆ ਗਿਆ। ਫਿਰ ਅੱਗ ਵਿੱਚ ਸਾੜਨ ਦੀ ਕੋਸ਼ਿਸ਼ ਕੀਤੀ, ਪਹਾੜ ਤੋਂ ਸੁੱਟ ਕੇ ਮਾਰਨ ਦੀ ਕੋਸ਼ਿਸ਼ ਕੀਤੀ, ਫਿਰ ਪਾਣੀ 'ਚ ਡੋਬਣ ਦੀ, ਜਲ ਅਗਨੀ ਵਿੱਚ ਘੱਤਿਆ, ਜਲੇ ਨਾ ਡੋਬਿਆ ਗੁਰ ਪ੍ਰਸਾਦ। ਜੇ ਹੁਣ ਪ੍ਰਹਿਲਾਦ ਉਹਨਾਂ ਮਾਤਾ ਪਿਤਾ ਦਾ ਮੋਹ ਕਰਕੇ ਉਹਨਾਂ ਦੀ ਗੱਲ ਮੰਨ ਲੈਂਦਾ, ਭਗਤੀ ਨਾ ਕਰਦਾ ਪਰਮੇਸ਼ਰ ਦੀ, ਫਿਰ ਕੀ ਬਣਦਾ? ਲੱਖਾਂ ਲੋਕ ਕਰ ਰਹੇ ਨੇ ਉੱਦਾਂ ਹੀ, ਉਹ ਵੀ ਉਹ ਜਨਮ ਮਰਨ ਦੇ ਚੱਕਰ 'ਚ ਪਿਆ ਰਹਿੰਦਾ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਿਤਾ ਜੀ ਵੀ ਤਾਂ ਇਹੀ ਕਹਿੰਦੇ ਸੀ ਵੀ ਪੁੱਤਰ ਕੰਮ ਕਰਿਆ ਕਰ, ਕੋਈ ਵਪਾਰ ਕਰਿਆ ਕਰ, ਬਿਜ਼ਨਸ ਕਰਿਆ ਕਰ। ਕਬੀਰ ਦੀ ਮਾਂ ਕਹਿੰਦੀ ਹੈ ਸੁਣੋ ਜਠਾਨੀ ਸੁਣੋ ਦਿਰਾਨੀ, ਅਚਰਜ ਏਕ ਭਇਓ, ਸਾਤ ਸੂਤਨ ਮੁੰਡੀਏ ਖੋਏ, ਇਹ ਮੁੰਡਿਆ ਕਿਉਂ ਨਾ ਮੋਇਓ। ਮਾਂ ਵੀ ਕਦੀ ਕਹਿੰਦੀ ਹੈ ਵੀ ਇਹ ਬੱਚਾ ਮਰ ਜਾਵੇ, ਪਰ ਭਗਤਾਂ ਦੀਆਂ ਮਾਵਾਂ ਵੀ ਕਹਿ ਦਿੰਦੀਆਂ ਕਿਉਂ? ਉਹ ਬੱਚੇ ਭਗਤ ਜਿਹੜੇ ਨੇ ਮਾਂ ਬਾਪ ਦੇ ਮੋਹ ਦੇ ਹਿਸਾਬ ਨਾਲ ਨਹੀਂ ਚੱਲਦੇ। ਜੋ ਮਾਂ ਬਾਪ ਮੋਹ ਕਰਕੇ ਉਹਨਾਂ ਤੋਂ ਕਰਾਉਣਾ ਚਾਹੁੰਦੇ ਹੈ ਉਹ ਨਹੀਂ ਕਰਦੇ, ਅਤੇ ਉਹ ਮਾਂ ਬਾਪ ਉਹਨਾਂ ਨੂੰ ਮੋਹ ਕਰਨਾ ਹੀ ਛੱਡ ਦਿੰਦੇ ਆ, ਉਹਨਾਂ ਨੂੰ ਆਪਣਾ ਦੁਸ਼ਮਣ ਸਮਝ ਲੈਂਦੇ ਆ। ਐਸਾ ਇਹ ਸੰਸਾਰ ਵਿੱਚ ਦੇਖਿਆ। ਫਿਰ ਮਹਾਰਾਜ ਕਹਿੰਦੇ ਹੇਤ ਹੀ ਹੈ, ਹੋਰ ਕੀ ਹੈ? ਮੋਹ ਹੀ ਹੈ। ਇੱਥੇ ਇਹਦਾ ਮਤਲਬ ਇਹ ਨਹੀਂ ਹੈ ਵੀ ਮਾਤਾ ਪਿਤਾ ਦੀ ਸੇਵਾ ਨਾ ਕਰੋ, ਆਗਿਆ ਪਾਲਣ ਨਾ ਕਰੋ, ਇਹ ਨਹੀਂ ਹੈ ਅਰਥ। ਅਰਥ ਮੋਹ ਦਾ ਹੈ ਵੀ ਮੋਹ ਜਿਹੜਾ ਹੈ ਉਹ ਨਾ ਕਰੋ, ਉਸ ਮੋਹ 'ਚ ਪੈ ਕੇ ਪਰਮੇਸ਼ਰ ਨੂੰ ਨਾ ਭੁੱਲੋ। ਹੇਤੇ ਪਲਚਾਈ ਪੁਰਬ ਕਮਾਈ, ਮੇਟ ਨਾ ਸਕੈ ਕੋਈ। ਸਾਰੀ ਦੁਨੀਆ ਇਸ ਮੋਹ 'ਚ ਫਸੀ ਹੋਈ ਹੈ, ਪਲਚੀ ਹੋਈ ਹੈ। ਪਲਚ ਪਲਚ ਸਗਲੀ ਮੂੰਹ, ਝੂਠਾ ਧੰਦਾ ਮੋਹ, ਇੱਕ ਸਾਰ ਕੇ ਨਾਮ ਬਿਨ ਅੱਗੇ ਲਈਏ ਖੋਏ। ਪੁਰਬ ਕਮਾਈ, ਔਰ ਇਹ ਮੋਹ ਵੀ ਪਿਛਲੀ ਪੂਰਬਲੇ ਜਨਮਾਂ ਦੀ ਜਿਹੜੀ ਕਮਾਈ ਕੀਤੀ ਹੋਈ ਹੈ, ਜੋ ਅਸੀਂ ਕਰਕੇ ਆਏ ਹਾਂ ਉਹਦੇ ਹਿਸਾਬ ਨਾਲ ਹੈ। ਆ ਜਿੰਨੇ ਮਾਤਾ ਪਿਤਾ, ਭੈਣ ਭਰਾ, ਧੀਆਂ, ਪੁੱਤਰ ਪਤਨੀ ਆਦਿ ਸਾਨੂੰ ਮਿਲੇ ਨਾ, ਇਹ ਇਕੱਲੇ ਇਸ ਜਨਮ ਦੇ ਨਹੀਂ, ਕਈ ਜਨਮਾਂ ਦੇ ਹਨ। ਕਦੀ ਪਿਓ ਪੁੱਤਰ ਬਣ ਜਾਂਦਾ, ਕਦੀ ਪੁੱਤਰ ਪਿਓ ਬਣ ਜਾਂਦਾ, ਕਦੀ ਭੈਣ ਭਰਾ ਬਣ ਜਾਂਦੇ ਆ, ਕਦੀ ਭੈਣ ਭਰਾ ਭੈਣ ਬਣ ਜਾਂਦਾ ਹੈ, ਕਦੀ ਪਤਨੀ ਪਤੀ ਬਣ ਜਾਂਦੀ ਹੈ, ਪਤਨੀ ਪਤਨੀ ਬਣ ਜਾਂਦਾ ਅਗਲੇ ਜਨਮ 'ਚ। ਉਲਟਾ ਚੱਕਰ, ਕਦੀ ਕਿਸੇ ਤਰ੍ਹਾਂ ਕਦੀ ਕਿਸੇ ਤਰ੍ਹਾਂ, ਲੈਣੇ ਦੇਣੇ ਦੇ ਸੰਬੰਧ ਹਨ।
पूर्व जन्म के मिले संजोगी अंत को ना सहाई। कई बार ऐसा देखा है बई माता पिता अपने बच्चे नूं बहुत प्यार करते हैं, लगभग सारे ही करते हैं। माता पिता बच्चों उत्ते जाना वारते हैं, उन्होंने वास्ते बड़ा कारोबार बिजनेस बड़ा करते हैं, बच्चे उन्होंने पुछते ही कोई नहीं। वो माँ बाप जिहड़े हन बड़े दुखी, बड़े परेशान, बड़े मन विच झूरते रहिंदे भी साडा असीं इन्ना कुछ कीता ते बच्चिਆਂ ने सानू सुख नहीं दिता। जो उम्मीदां लाइयां सी, आसां लाइयां सी, इन्हां तो साडियां वो पूरीआं नहीं होईयां। इस तो अपोजिट भी कई बारी हुंदा है। बच्चे बड़े आग्याकारी, कहण मना सत बचन करन वाले, माँ बाप नाल प्यार करन वाले ते माँ बाप नूं हर तरह की सेवा करन वाले हुंदे है। पर माँ बाप कई बारी इहो जे करड़े सुभाअ दे, रुखे सुभाअ दे, वढ खाने हुंदे है भी वो बच्चों नूं जीण नहीं दिंदे। ਧੀਆਂ ਪੁੱਤਰਾਂ ਨੂੰ ਆਪਣੇ ਜੰਮੇ ਹੋਇਆਂ ਨੂੰ ਕਈ ਵਾਰੀ ਇਸ ਤਰ੍ਹਾਂ ਹੋ ਜਾਂਦਾ ਵੀ ਜਿਵੇਂ ਮਹਾਰਾਜ ਨੇ ਲਿਖਿਆ ਨਾ, ਜਾਏ ਆਪਣੇ ਖਾਏ, ਸੱਪਣੀ ਆਪਣੇ ਬੱਚੇ ਆਪ ਹੀ ਖਾਈ ਜਾਂਦੀ ਹੈ। ਇੱਦਾਂ ਮਾਂ ਬਾਪ ਕਈ ਆਪਣੇ ਬੱਚਿਆਂ ਨੂੰ, ਪਿੱਛੇ ਜੀ ਸੁਣਿਆ ਹੀ ਆ ਵੀ ਇੱਕ ਮਾਂ ਨੇ ਆਪਣੀ ਕੁੜੀ ਮਾਰਤੀ ਅੰਮ੍ਰਿਤਸਰ ਵੱਲ ਉੱਧਰ, ਅਤੇ ਕਈਆਂ ਨੇ 2-2 ਬੱਚੇ ਆਪਣੇ ਮਾਰਤੇ ਮਾਂ ਬਾਪ ਨੇ। ਇੱਦਾਂ ਵੀ ਹੁੰਦਾ। ਅਜੀਬੋ ਗਰੀਬ ਜਿਹਾ ਇਹ ਸੰਸਾਰ ਦਾ ਤਮਾਸ਼ਾ ਸਮਝ ਨਹੀਂ ਆਉਂਦਾ। ਬੰਦਾ ਸਮਝਣ ਦੀ ਕੋਸ਼ਿਸ਼ ਕਰੇ ਅਤੇ ਉਹ ਸਮਝ ਨਹੀਂ ਆਉਂਦੀ ਵੀ ਇਹ ਕੀ ਗੱਲ ਹੋ ਕੀ ਰਿਹਾ ਹੈ। ਬਈ ਅਸੀਂ ਤਾਂ ਇਹਨਾਂ ਵਾਸਤੇ ਇਹ ਕਰਦੇ ਹਾਂ, ਇਹ ਸਾਡੇ ਲਈ ਇਹ ਕਰਦੇ। ਅਸਲ 'ਚ ਸਾਰੀ ਖੇਡ ਜਿਹੜੀ ਹੈ ਨਾ, ਮਹਾਰਾਜ ਕਹਿੰਦੇ ਪੁਰਬ ਕਮਾਈ ਹੈ। ਪਿਛਲੇ ਜਨਮਾਂ ਵਿੱਚ ਅਸੀਂ ਕਿਸੇ ਨੂੰ ਦੁੱਖ ਦਿੱਤਾ ਹੋਣਾ, ਅੱਜ ਉਹ ਸਾਥੋਂ ਬਦਲਾ ਲੈ ਰਿਹਾ। ਅੱਜ ਉਹ ਸਾਡੇ ਨਾਲ ਕਰ ਰਿਹਾ, ਕੱਲ੍ਹ ਨੂੰ ਫਿਰ ਅਸੀਂ ਉਹਦੇ ਨਾਲ ਇੱਦਾਂ ਹੀ ਕਰਾਂਗੇ। ਕਦੀ ਪੁੱਤਰ ਬਣ ਕੇ, ਕਦੀ ਪਿਓ ਬਣ ਕੇ, ਕਦੀ ਪਤੀ ਬਣ ਕੇ, ਕਦੀ ਪਤਨੀ ਬਣ ਕੇ। ਇਸ ਤਰ੍ਹਾਂ ਇਹ ਸਾਰਾ ਵਰਤਾਰਾ ਚੱਲਦਾ ਹੈ। ਪਟਿਆਲੇ ਸ਼ਹਿਰ ਵਿੱਚ ਇੱਕ ਕਾਲੇ ਮੂੰਹ ਵਾਲੇ ਦਾ ਮੰਦਿਰ ਹੈ। ਵੈਸੇ ਉਹਨੂੰ ਕਾਲੇ ਮੂੰਹ ਵਾਲੇ ਦੀ ਬਗੀਚੀ ਕਹਿੰਦੇ ਸੀ, ਪਰ ਹੁਣ ਉਹਨਾਂ ਨੇ, ਹਿੰਦੂਆਂ ਨੇ ਉੱਥੇ ਮੰਦਿਰ ਬਣਾ ਲਿਆ। ਪਹਿਲਾਂ ਉਹ ਸਾਧੂ ਉੱਥੇ ਕਾਲਾ ਮੂੰਹ ਕਰਕੇ ਭਗਤੀ ਕਰਦਾ ਸੀ। ਅੱਜ ਤੋਂ ਕੋਈ 150 ਸਾਲ ਪਹਿਲਾਂ, ਬਹੁਤ ਪੁਰਾਣੀ ਗੱਲ ਹੈ, ਕਾਰਖਾਨਾ ਸੀ ਕਿਸੇ ਸੇਠ ਦਾ। ਉਹ ਸੇਠ ਅਨਪੜ੍ਹ ਸੀ ਅਤੇ ਉਹਦਾ ਜਿਹੜਾ ਮੁਨੀਮ ਸੀਗਾ ਉਹ ਬਹੁਤ ਪੜ੍ਹਿਆ ਲਿਖਿਆ, ਮੁਨੀਮੀ ਸਿੱਖਿਆ ਹੋਇਆ ਸੀ। ਕਹਿਣ ਦਾ ਮਤਲਬ ਵੀ ਹਿਸਾਬ ਕਿਤਾਬ ਸਾਰਾ ਉਹ ਲਿਖਣ ਪੜ੍ਹਨ ਦਾ, ਅਕਾਊਂਟੈਂਟ ਦਾ ਕਰਦਾ ਸੀ। ਪਰ ਜਿਹੜਾ ਮਾਲਕ ਸੀ ਉਹ ਅਨਪੜ੍ਹ ਵੀ ਸੀ ਅਤੇ ਥੋੜ੍ਹਾ ਮੂਰਖ ਵੀ ਸੀਗਾ। ਵੀ ਉਹਨੇ ਆਪਣੇ ਨੌਕਰ ਨੂੰ ਗਾਲਾਂ ਕੱਢਣੀਆਂ, ਅਤੇ ਨੌਕਰ ਪੜ੍ਹਿਆ ਲਿਖਿਆ ਹੋਣ ਕਰਕੇ ਥੋੜ੍ਹਾ ਜਿਹਾ ਮਹਿਸੂਸ ਕਰਿਆ ਕਰੇ ਵੀ ਮੈਂ ਪੜ੍ਹਿਆ ਲਿਖਿਆ, ਇਹ ਅਨਪੜ੍ਹ ਬੰਦਾ ਮੈਨੂੰ ਗਾਲਾਂ ਕੱਢਦਾ। ਉਹਦੇ ਮਨ ਵਿੱਚ ਖੁੰਦਕ ਆ ਗਈ। ਉਹਨੇ ਹੌਲੇ ਹੌਲੇ ਸਾਰੇ ਕਾਗਜ਼ ਪੱਤਰਾਂ 'ਤੇ ਸਾਈਨ ਕਰਾਈ ਗਿਆ। ਸਾਰੀ ਪ੍ਰਾਪਰਟੀ, ਕਾਰਖਾਨਾ, ਉਹਦਾ ਘਰ ਸਭ ਆਪਣੇ ਨਾਂ ਕਰਾ ਲਿਆ। ਅਤੇ ਉਹ ਇੱਕ ਦਿਨ ਫਿਰ ਜਿਹੜਾ ਉਹ ਸੇਠ ਸੀ ਨਾ, ਫਿਰ ਉਹਨੇ ਆਪਣੀ ਮੂਰਖਤਾ ਦੇ ਨਾਲ ਉਹਨੇ ਗਾਲ ਕੱਢੀ। ਉਹ ਕਹਿੰਦਾ, ਸੇਠ ਜ਼ੁਬਾਨ ਸੰਭਾਲ ਕੇ ਬੋਲ। ਉਹਨੂੰ ਹੈਰਾਨੀ ਹੋਈ ਵੀ ਅੱਗੇ ਇੰਨੇ ਸਾਲ ਹੋ ਗਏ ਮੇਰੀਆਂ ਗਾਲਾਂ ਖਾਂਦਾ, ਅੱਜ ਇਹ ਕਿਵੇਂ ਬੋਲਿਆ। ਉਹ ਕਹਿੰਦਾ, ਤੂੰ ਅੱਜ ਕਿ ਮੇਰੇ ਸਾਹਮਣੇ ਬੋਲਿਆ। ਉਹ ਕਹਿੰਦਾ, ਤੂੰ ਸੇਠ ਨਹੀਂ, ਹੁਣ ਮੈਂ ਸੇਠ ਹਾਂ। ਇਹ ਸਾਰੀ ਪ੍ਰਾਪਰਟੀ, ਸਾਰੀ ਜਾਇਦਾਦ ਮੇਰੇ ਨਾਂ, ਦੇਖ ਤੂੰ ਸਾਈਨ ਕੀਤੇ ਹੋਏ। ਉਹ ਸੇਠ ਹਾਰਟ ਅਟੈਕ ਨਾਲ ਮਰ ਗਿਆ ਉਸੇ ਵੇਲੇ ਹੀ। ਵੀ ਹੈਂ, ਮੇਰਾ ਸਭ ਕੁਛ ਗਿਆ। ਉਹ ਮਰ ਗਿਆ, ਉਹਦਾ ਕੋਈ ਅੱਗੇ ਪਿੱਛੇ ਰਿਹਾ ਨਾ। ਇਹ ਸਾਰਾ ਕੋਈ ਮਾਲਕ ਬਣ ਗਿਆ। ਮਾਲਕ ਬਣ ਕੇ ਵਿਆਹ ਕਰਾ ਲਿਆ। ਵਿਆਹ ਕਰਾ ਕੇ ਅਤੇ ਸਾਲ ਕੁ ਪਿੱਛੋਂ ਬੱਚਾ ਜੰਮਿਆ। ਉਹ ਬੱਚਾ ਜੰਮਦਾ ਹੀ ਅਪਾਹਜ, ਮੰਜੇ 'ਤੇ ਪਿਆ, ਨਾ ਖਾਵੇ ਨਾ ਕਵੇ ਪੀਵੇ, ਜਿਵੇਂ ਮਤਲਬ ਬੱਚਾ ਮੁਰਦਿਆਂ ਵਰਗਾ ਸੀਗਾ। ਪਰ ਉਹ ਮੰਜੇ 'ਤੇ ਪਏ ਦਾ ਇਲਾਜ ਸ਼ੁਰੂ ਕੀਤਾ ਗਿਆ। 12-13 ਸਾਲ ਉਸ ਮੰਜੇ 'ਤੇ ਪਏ ਬੱਚੇ ਦਾ ਇਲਾਜ ਕੀਤਾ। 12-14 ਸਾਲ
ਜਿੰਨਾ ਪੈਸਾ ਸੀ ਨਾ ਸਾਰਾ ਉਸ ਬੱਚੇ ਤੇ ਲੱਗ ਗਿਆ। ਤੇ ਇੱਕ ਦਿਨ ਗਲੀ 'ਚੋਂ ਦੋ ਸਾਧ ਲੰਘੇ ਜਾ ਰਹੇ। ਉਹ ਕਹਿੰਦਾ, ਬਾਬੂ ਤੇਰੇ ਕੋਲ ਪੈਸੇ ਨੇ? ਉਹਨੇ ਜੇਬ 'ਚ ਹੱਥ ਮਾਰਿਆ, ਕਹਿੰਦਾ ਪੁੱਤਰ 8 ਆਨੇ ਬਚੇ ਨੇ। ਕਹਿੰਦਾ ਉਹਨਾਂ ਸਾਧਾਂ ਨੂੰ ਦੇ ਦੇ ਬੁਲਾ ਕੇ। ਮੈਂ ਆਖਿਆ ਵੀ ਹੁਣ ਬੱਚੇ ਦੀ ਇੱਛਾ ਹੈ, ਹੁਣ ਮੇਰੇ ਕੋਲ ਹੈ ਵੀ ਕੋਈ ਨਹੀਂ, ਪਤਾ ਨਹੀਂ ਕੀ ਗੱਲ ਹੈ। ਉਹਨੇ ਸਾਧਾਂ ਨੂੰ ਬੁਲਾਇਆ, 8 ਆਨੇ ਉਹਨਾਂ ਨੂੰ ਦੇ ਤੇ। ਸਾਧ ਚਲੇ ਗਏ। ਬੱਚਾ ਖਿੜ ਖਿੜ ਕੇ ਹੱਸਿਆ। ਉਹ ਕਹਿੰਦਾ ਪੁੱਤਰ ਅੱਜ ਤੂੰ ਬੜਾ ਖੁਸ਼ ਹੈ। ਕਹਿੰਦਾ ਪਛਾਣਿਆ ਮੈਨੂੰ? ਉਹ ਕਹਿੰਦਾ ਤੂੰ ਮੇਰਾ ਪੁੱਤਰ ਹੈ। ਕਹਿੰਦਾ ਪੁੱਤਰ ਨਹੀਂ, ਮੈਂ ਫਲਾਣਾ ਸੇਠ ਹਾਂ, ਜਿਹਦੀ ਪ੍ਰੋਪਰਟੀ ਸਾਰੀ ਹੜੱਪੀ ਸੀ ਤੂੰ, ਸਾਰੀ ਮੈਂ ਆਪਣੇ ਤੇ ਲਵਾ ਲਈ ਹੈ। ਹੁਣ ਮੇਰੇ ਕੋਲ, ਮੈਂ ਸੋਚਿਆ ਵੀ ਚਲੋ ਥੋੜ੍ਹਾ ਜਿਹਾ ਦਾਨ ਪੁੰਨ ਕਰਾ ਲਈਏ, ਇਹ ਸਾਧੂਆਂ ਨੂੰ ਦਵਾ ਤੇ 8 ਆਨੇ, ਮੈਂ ਚੱਲਿਆ ਹੁਣ। ਉਹ ਮਰ ਗਿਆ ਬੱਚਾ ਚਲਾ ਗਿਆ। ਤੇ ਉਹ ਫਿਰ ਜਿਹੜਾ ਸੀ ਨਾ ਉਹ ਮੁਨੀਮ, ਉਹਨੇ ਆਪਣੇ ਮੂੰਹ ਨੂੰ ਕਾਲਖ ਮਲ ਲਈ। ਕਾਲਖ ਮਲ ਕੇ ਪਟਿਆਲੇ ਲਾਗੋ ਮਾਜਰੇ ਦੇ ਲਾਗੇ ਕਰਕੇ, ਜਿੱਥੇ ਮਾਈ ਦੀ ਸਰਾਂ ਹੈ ਨਾ, ਉਹ ਮਾਈ ਦੀ ਸਰਾਂ ਤੋਂ ਕੋਈ 2 ਕਿੱਲੇ 3 ਕਿੱਲੇ ਹੀ ਹੋਣਾ ਮੇਰਾ ਖਿਆਲ, ਵੱਧ ਤੋਂ ਵੱਧ, ਜਾਂ 5-7 ਕਿੱਲੇ, ਥੋੜ੍ਹੇ ਇੰਨਾ ਕੀ ਹੈ। ਮੈਂ ਦੇਖੀ ਜਗ੍ਹਾ, ਉਹ ਕਈ ਵਾਰੀ ਉੱਥੋਂ ਲੰਘੇ ਆ। ਉਹ ਮੰਦਿਰ ਬਣਿਆ ਕਾਲੇ ਮੂੰਹ ਵਾਲੇ ਦਾ ਮੰਦਿਰ। ਅਤੇ ਉਹ ਉੱਥੇ ਫਿਰ ਉਹ ਬਗੀਚੀ ਜੀ 'ਚ ਰਹਿ ਕੇ ਭਜਨ ਕਰਿਆ ਕਰਦਾ ਸੀ। ਮਰੇ ਨੂੰ ਵੀ ਸ਼ਾਇਦ ਅੱਜ 100 ਸਾਲ ਹੋ ਗਿਆ ਹੋਵੇ ਉਹਨੂੰ, ਕਿਉਂਕਿ ਉਹ ਸੰਤ ਬਾਬਾ ਬੀਰ ਰਾਮਦਾਸ ਜੀ ਬਦੋਛੀ ਵਾਲਿਆਂ ਨੇ ਉਹ ਗੱਲ ਸੁਣਾਈ ਸੀ ਕਿਸੇ ਸਿੰਘ ਨੂੰ, ਜਿਹੜੀ ਇਹ ਮੈਂ ਤੁਹਾਨੂੰ ਸੁਣਾਈ ਹੈ। ਤਾਂ ਬਾਬਾ ਬੀਰ ਰਾਮਦਾਸ ਜੀ ਮਹਾਰਾਜ ਨੂੰ ਵੀ 100 ਸਾਲ ਹੋ ਚੱਲੇ ਗੁਜ਼ਰਿਆਂ ਨੂੰ, ਉਹਨਾਂ ਨੇ ਸੁਣਾਈ ਸੀ। ਇਹਦਾ ਮਤਲਬ ਹੈ ਵੀ ਉਸ ਤੋਂ ਵੀ ਪਹਿਲਾਂ ਦੀ ਘਟਨਾ ਹੈ। ਮੰਦਿਰ ਉਹਦਾ ਬਣਿਆ ਹੋਇਆ। ਸੋ ਸਾਧ ਸੰਗਤ ਜੀ, ਇਹ ਸਭ ਲੈਣੇ ਦੇਣੇ ਦੇ ਧੀਆਂ ਪੁੱਤਰ ਭੈਣ ਭਰਾ, ਮਹਾਰਾਜ ਕਹਿੰਦੇ ਪੂਰਵ ਜਨਮ ਕੇ ਮਿਲੇ ਸੰਜੋਗੀ, ਹੇਤੇ ਪੁਲਚਾਈ ਪੁਰਬ ਕਮਾਈ, ਮੇਟ ਨਾ ਸਕੈ ਕੋਈ। ਇਹਨੂੰ ਕੋਈ ਮਿਟਾ ਥੋੜ੍ਹਾ ਸਕਦਾ, ਇਹ ਤੇ ਪ੍ਰਲਬਧ ਹੈ ਜੀਵਾਂ ਦੀ। ਮਾਤ ਪਿਤਾ ਸਭ ਹੇਤ, ਜਿਨ ਸ੍ਰਿਸ਼ਟ ਸਾਜੀ, ਸੋ ਕਰ ਵੇਖੈ, ਤਿਸ ਜੇਵੜ ਅਵਰ ਨਾ ਕੋਈ। ਜਿਹਨੇ ਸ੍ਰਿਸ਼ਟੀ ਸਾਜੀ ਹੈ, ਉਹ ਸਾਰਾ ਕੁਝ ਸਾਜ ਕੇ ਸਾਰੇ ਤਮਾਸ਼ੇ ਆਪ ਹੀ ਕਰ ਰਿਹਾ। ਇਹ ਉਹਦਾ ਬਣਾਇਆ ਹੋਇਆ ਨਾਟਕ ਹੈ, ਇਹ ਤਮਾਸ਼ਾ ਹੈ, ਵੇਖ ਰਿਹਾ। ਉਹਦੇ ਵਰਗਾ ਕੋਈ ਵੀ ਨਹੀਂ। ਤਿਸ ਜੇਵੜ ਅਵਰ ਨਾ ਕੋਈ। ਜਿੱਡਾ ਵੱਡਾ ਉਹ ਪਰਮੇਸ਼ਰ ਬੇਅੰਤ ਦ੍ਰਿਸ਼ਟਾ ਰੂਪ ਹੋ ਕੇ ਸਾਰੇ ਤਮਾਸ਼ੇ ਨੂੰ ਦੇਖਦਾ ਹੈ, ਨਾ ਉਹਦੇ ਵਰਗਾ ਕੋਈ ਨਹੀਂ। ਮਨਮੁਖ ਅੰਧਾ ਤਪ ਤਪ ਖਪੈ, ਬਿਨ ਸ਼ਬਦੈ ਸਾਤ ਨ ਆਈ। ਮਹਾਰਾਜ ਕਹਿੰਦੇ ਮਨਮੁਖ ਅੰਨਾ ਜੀਵ ਤਪਦਾ ਰਹਿੰਦਾ ਹਰ ਵੇਲੇ, ਕਦੀ ਪੁੱਤਰ ਬਣ ਕੇ, ਕਦੀ ਧੀ ਬਣ ਕੇ, ਕਦੀ ਭੈਣ ਭਰਾ ਬਣ ਕੇ, ਕਦੀ ਪਤਨੀ, ਕਦੀ ਪਤੀ, ਕਦੀ ਪਿਓ, ਕਦੀ ਮਾਂ ਬਣ ਕੇ। ਕਿਤੇ ਵੀ ਦੇਖ ਲਓ, ਸੈਟਿਸਫਾਈ ਤਾਂ ਕੋਈ ਵੀ ਨਹੀਂ। ਬੱਚੇ ਕਹਿੰਦੇ ਆ ਬਾਪੂ ਵਾਸਤੇ ਇੰਨਾ ਕੁਝ ਕਰਦੇ ਆ, ਬਾਪੂ ਸਾਡੇ ਪਿਆਰ ਨੂੰ ਸਮਝਦਾ ਹੀ ਨਹੀਂ। ਬਾਪੂ ਕਹਿੰਦਾ ਮੈਂ ਇਹਨਾਂ ਵਾਸਤੇ ਇੰਨਾ ਕੁਝ ਕੀਤਾ, ਇਹ ਮੈਨੂੰ ਨਹੀਂ ਸਮਝੇ। ਪਤਨੀ ਕਹਿੰਦੀ ਪਤੀ ਨਹੀਂ ਸਮਝਿਆ, ਪਤੀ ਕਹਿੰਦਾ ਪਤਨੀ ਨਹੀਂ ਸਮਝੀ ਮੈਨੂੰ। ਅਤੇ ਸਾਰਿਆਂ ਨੂੰ ਇੱਕ ਦੂਜੀ ਉੱਤੇ ਸਾਰੀ ਉਮਰ ਇਹ ਨਿਹੋਰਾ ਹੀ ਰਹਿੰਦਾ। ਮਹਾਰਾਜ ਕਹਿੰਦੇ ਇਹ ਸਾਰੇ ਤਪ ਤਪ ਕੇ ਖਪੀ ਜਾਂਦੇ। ਬਿਨ ਸ਼ਬਦੈ ਸ਼ਾਂਤ ਨ ਆਈ, ਸ਼ਬਦ ਤੋਂ ਬਿਨਾਂ ਸ਼ਾਂਤੀ ਨਹੀਂ ਆਈ। ਨਾਨਕ ਬਿਨ ਨਾਮ ਹੈ ਸਭ ਕੋਈ ਭੁੱਲਾ, ਮਾਇਆ ਮੋਹਿ ਖੁਆਈ। ਬਿਨਾਂ ਪ੍ਰਭੂ ਦੇ ਨਾਮ ਤੋਂ ਸਭ ਦੁਨੀਆ, ਸਭ ਕੋਈ ਭੁੱਲਿਆ ਹੀ ਫਿਰਦਾ ਹੈ। ਮਾਇਆ ਦੇ ਮੋਹ ਵਿੱਚ ਖੁਆਰ ਹੋ ਰਹੇ ਨੇ। ਦਿਸਦੇ ਹੋਏ ਸੰਸਾਰ ਨੂੰ ਸੱਚ ਸਮਝ ਕੇ ਖੁਆਰੀ ਤੋਂ ਇਲਾਵਾ ਕੁਛ ਪੱਲੇ ਨਹੀਂ ਪੈਂਦਾ। ਇਹ ਪਾਵਨ ਬਚਨ ਗਰੀਬ ਨਵਾਜ ਦੇ ਸੰਗਤਾਂ ਨਾਲ ਸਾਂਝੇ ਕੀਤੇ। ਭੁੱਲਾਂ ਚੁੱਕਾਂ ਦੀ ਖਿਮਾ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਏਕ ਓੰਕਾਰ ਸਤਿਗੁਰ ਆਨੰਦ ਪਿਆ ਮੇਰੀ ਮਾਏ। ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ। ਮਨ ਵਜੀਆਂ ਵਧਾਈਆਂ, ਰਾਗ ਰਤਨ ਪਰਵਾਰ ਭਰੀਆਂ। ਸ਼ਬਦ ਗਾਨ ਸ਼ਬਦੋਤਾ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ। ਕਹੇ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰੋ ਹਰ ਨਾਲੇ, ਹਰ ਨਾਲ ਰੋ ਤੂੰ ਮਨ ਮੇਰੇ। ਦੁੱਖ ਸਭ ਵਿਸਾਰਣਾ, ਅੰਗੀਕਾਰੋ ਕਰੇ ਤੇਰਾ। ਕਾਰਜ ਸਭ ਸਵਾਰਣਾ, ਸਭਨਾ ਗੱਲਾਂ ਸਮਰੱਥ ਸੁਆਮੀ। ਸੋ ਕਿਉ ਮਨੋ ਵਿਸਾਰੇ,
ਕਹਿ ਨਾਨਕ ਮਨ ਮੇਰੇ ਸਦਾ ਰੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਹੀਂ ਕਰ ਤੇਰਾ, ਘਰ ਤਾਂ ਤੇਰਾ ਸਭ ਕੁਛ ਹੈ। ਜਿਸ ਦੇ ਸੋ ਪਾਵੇ ਸਦਾ ਸਿਵ ਸਲਾਹ ਤੇਰੀ, ਨਾਮ ਮਨ ਵਸਾਵੇ। ਨਾਮ ਜਿਨ ਕੇ ਮਨ ਵਸਿਆ ਵਾਜੇ ਸ਼ਬਦ ਕਨੇਰੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰਾ, ਸਾਚਾ ਨਾਮ ਮੇਰਾ ਆਧਾਰੋ। ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ। ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ। ਸਦਾ ਕੁਰਬਾਨ ਕੀਤਾ ਗੁਰੂ ਬਿਟੋਂ, ਜਿਸ ਦੀਆਂ ਇਹ ਵਡਿਆਈਆਂ। ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ। ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ। ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ। ਪੰਜ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ। ਦੁਰਕਰਮ ਪਾਇਆ ਤੁਧ ਜਿਨ ਕੋ, ਸੇ ਨਾਮ ਹਰਿ ਕੈ ਲਾਗੇ। ਕਹਿ ਨਾਨਕ ਤੈ ਸੁਖ ਹੋਆ, ਤਿਤ ਘਰ ਅਨਹਦ ਵਾਜੇ। ਆਨੰਦ ਸੁਣੋ ਵਡ ਭਾਗੀ ਹੋ, ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰੇ। ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ। ਸੰਤ ਸਾਜਨ ਭਏ ਸਰਸੇ, ਪੂਰੇ ਗੁਰ ਤੇ ਜਾਣੀ। ਸੁਣਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਭਰਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਪਵਨ ਗੁਰੂ ਪਾਣੀ ਪਿਤਾ, ਮਾਤਾ ਧਰਤ ਮਹੱਤ। ਦਿਵਸ ਰਾਤ ਦੁਇ ਦਾਇਆ, ਖੇਲੈ ਸਗਲ ਜਗਤ ਚੰਗਿਆਈਆਂ ਬੁਰਿਆਈਆਂ। ਵਾਚੈ ਧਰਮ ਹਦੂਰ ਕਰਮੀ, ਆਪੋ ਆਪਣੀ ਕੇ ਨੇੜਾ ਕੇ ਦੂਰ। ਜਿਨੀ ਨਾਮ ਧਿਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।